उजाले तुम उजल करते, हम निर्गुण तू दाता। हम मूरख तुम चतुर सियाणे, तू सर्ब कला का ज्ञाता। माधो हम ऐसे तू ऐसा, हम पापी तुम पाप खंडन, नीको ठाकुर देसा। सतनाम श्री वाहिगुरु साहिब जी। ओ पौड़ी बिन सतगुर किनै ना पायो, बिन सतगुर किनै ना पाया। बिन सतगुर किनै ना पायो, बिन सतगुर किनै ना पाया। सतगुर विच आप रखियोन, कर प्रगट आख सुनाया। सतगुर मिले सदा मुक्त है, जिन विचों मोह चुकाया। उत्तम यह विचार है, जिन सच्चे स्यों चित लाया। जग जीवन दाता पाया, जग जीवन दाता पाया। वाहिगुरु जी का खालसा, वाहिगुरु जी की फतेह। जुगो जुग अटल धन धन श्री गुरु ग्रंथ साहिब जी महाराज जी दी पावन हजूरी विच विराजमान गुरमुख प्यारे सत्संगी जनों, असी पिछले समय तो धन गुरु नानक पातशाह जी महाराज जी की इलाही बाणी आसा की वार दी विचार कर रहे हाँ। पिछले हफ्ते आसा की वार दी 6वीं पौड़ी का जो दूसरा श्लोक है, असी उसकी विचार कीती सी। उस लड़ी नूं जोड़न दे लई फिर एक बार असी संखेप जी उस श्लोक की विचार करिए ताकि लड़ी जुड़ सके। श्लोक सी गुरु नानक पातशाह जी का महला पहला, मिट्टे मुसलमान की पेड़ा पई कुम्हार, घड़ भांडे इट्टां कियां, जल्दी करे पुकार। जल जल रोवै बपड़ी, झड़ झड़ पवै अंग्यार। नानक जिन करतै कारण किया, सो जाने करतार। गुरु साहब ने श्लोक समझाया सी कि जो मुसलमान वीर ये मनौत बनाई बैठे हैं कि जे मनुख दे शरीर नूं साड़ दिता जाए तां उसकी आत्मा जिहड़ी है दोजक दी अग विच सड़दी है। सो इस भावना नूं लैके मुसलमान वीर अपने मर चुके प्राणी नूं अग दे विच साड़दे नहीं, अगन भेट नहीं करते। वो जमीन नूं धरती नूं पुट के दफन कर देंदे हन। उन्हां दा कहना है कि आत्मा उस कबर विच ही रहिंदी है ते क्यामत वाले दिन कबर विचों रूहां उठदियां हन ते उन्हां दे रसूल पैगंबर उन्हां रूहां दे लई खुदा दे दर ते सिफारिश करते हैं
ਤੇ ਉਹ ਰੂਹਾਂ ਬਹਿਸ਼ਤ ਕਹਿੰਦੇ ਨੇ, ਸਵਰਗ ਨੂੰ ਚਲੇ ਜਾਂਦੀਆਂ। ਗੁਰੂ ਸਾਹਿਬ ਨੇ ਇਸ ਮਨੌਤ ਨੂੰ ਇੱਕ ਦਲੀਲ ਦੇ ਨਾਲ ਸਮਝਾਇਆ ਕਿ ਜੇ ਤੁਸੀਂ ਕਹਿੰਦੇ ਉਸ ਕਬਰ ਵਿੱਚ ਰੂਹ ਹੈ, ਤੇ ਜਿਹੜੇ ਘੁਮਿਆਰ ਲੋਕ ਨੇ ਉਹ ਜਦੋਂ ਭਾਂਡੇ ਬਣਾਉਂਦੇ ਨੇ, ਉਹ ਪੁਰਾਣੀਆਂ ਕਬਰਾਂ ਦੀ ਮਿੱਟੀ ਲੱਭਦੇ ਨੇ ਕਿ ਪੁਰਾਣੀਆਂ ਕਬਰਾਂ ਦੀ ਮਿੱਟੀ ਬੜੀ ਚਿਕਨੀ ਹੁੰਦੀ ਹੈ ਤੇ ਉਸਦੇ ਭਾਂਡੇ ਬਹੁਤ ਸੋਹਣੇ ਬਣਦੇ ਹਨ। ਤੇ ਕਹਿੰਦੇ ਘੁਮਿਆਰ ਜਿਹੜਾ ਹੈ ਉਹ ਕਬਰਾਂ ਦੀ ਮਿੱਟੀ ਲਿਆਇਆ। ਮਿੱਟੀ ਮੁਸਲਮਾਨ ਦੀ ਮਤਲਬ ਹੈ ਮੁਸਲਮਾਨ ਦੀ ਕਬਰ ਦੀ ਮਿੱਟੀ। ਘੁਮਿਆਰ ਲਿਆਇਆ, ਉਹਨੇ ਗੁੰਨ ਕੇ ਮਿੱਟੀ ਮੁਸਲਮਾਨ ਕੀ ਪੇੜਾ ਪਈ ਘੁਮਿਆਰ, ਉਸ ਮਿੱਟੀ ਦੇ ਭਾਂਡੇ ਬਣਾ ਲਏ। ਘੜ ਭਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ। ਉਹਨਾਂ ਭਾਂਡਿਆਂ ਨੂੰ ਜਦੋਂ ਪਕਾਉਣ ਦੇ ਲਈ ਅੱਗ ਦੇ ਵਿੱਚ, ਆਵੇ ਦੇ ਵਿੱਚ ਰੱਖਿਆ, ਅੱਗ ਲਾਈ, ਤਾਂ ਗੁਰੂ ਸਾਹਿਬ ਇਹ ਦਲੀਲ ਦਿੰਦੇ ਨੇ ਕਿ ਤੂੰ ਕਹਿਣਾ ਹੈ ਕਿ ਇਹ ਰੂਹ ਜਿਹੜੀ ਹੈ ਕਬਰ ਦੇ ਵਿੱਚ ਸੀ। ਘੜ ਭਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ। ਹੁਣ ਉਹ ਜਲਦੀ ਪਈ ਆ, ਦੇਖ, ਕਹਿੰਦੇ ਧਿਆਨ ਨਾਲ ਸੁਣ, ਕਿਤੇ ਉਹ ਰੂਹ ਸੜਦੀ ਤਾਂ ਨਹੀਂ ਪਈ, ਕਿਤੇ ਪੁਕਾਰ ਤਾਂ ਨਹੀਂ ਕਰਦੀ ਪਈ। ਜਲ ਜਲ ਰੋਵੇ ਬੱਪੜੀ, ਝੜ ਝੜ ਪਵੇ ਅੰਗਿਆਰ। ਨਾਨਕ ਜਿਨ ਕਰਤੈ ਕਾਰਨ ਕੀਆ, ਸੋ ਜਾਣੇ ਕਰਤਾਰ। ਗੁਰੂ ਸਾਹਿਬ ਕਹਿੰਦੇ ਨੇ ਕਿ ਕਿਸੇ ਮਨੁੱਖ ਨੂੰ, ਜੋ ਕੋਈ ਮਨੁੱਖ ਚੜ੍ਹਾਈ ਕਰ ਜਾਂਦਾ ਹੈ, ਉਸ ਨੂੰ ਭਾਵੇਂ ਅਗਨ ਭੇਟ ਕਰ ਦਿਓ, ਦਫਨ ਕਰ ਦਿਓ, ਜਲ ਪ੍ਰਵਾਹ ਕਰ ਦਿਓ, ਇਸ ਦਾ ਉਸਦੀ ਆਤਮਾ ਦੇ ਉੱਤੇ ਕੋਈ ਚੰਗਾ ਮੰਦਾ ਅਸਰ ਨਹੀਂ ਪੈਂਦਾ। ਉਹ ਆਤਮਾ ਕਿੱਥੇ ਗਈ? ਸੋ ਜਾਣੇ ਕਰਤਾਰ। ਉਹ ਕਰਤਾਰ ਹੀ ਜਾਣਦਾ ਹੈ। ਸੋ ਹੁਣ ਅੱਗੇ ਹੈ ਪੌੜੀ, ਜੋ ਤਤ ਭਾਵ ਹੈ ਸ਼ਲੋਕਾਂ ਦਾ। ਤੇ ਅਸੀਂ ਕਹਿੰਦੇ ਗੁਰੂ ਸਾਹਿਬ ਤੁਸੀਂ ਇਹ ਕਹਿ ਦਿੱਤਾ ਮਹਾਰਾਜ ਕਿ ਜਿਨ ਕਰਤੈ ਕਾਰਨ ਕੀਆ, ਸੋ ਜਾਣੇ ਕਰਤਾਰ। ਜਿਸ ਨੇ ਸ੍ਰਿਸ਼ਟੀ ਬਣਾਈ ਹੈ ਉਹ ਜਾਣਦਾ ਹੈ ਕਿ ਮਰਨ ਤੋਂ ਬਾਅਦ ਮਨੁੱਖ ਦੀ ਰੂਹ ਆਤਮਾ ਕਿੱਥੇ ਜਾਂਦੀ ਹੈ। ਸੋ ਗੁਰਬਾਣੀ ਤਾਂ ਕਹਿੰਦੀ ਜੋ ਸਾਰੀ ਉਮਰ ਜਿੱਥੇ ਮਨੁੱਖ ਨੇ ਚਿੱਤ ਲਾਇਆ ਹੁੰਦਾ ਹੈ ਨਾ, ਮਨ ਜਿੱਧਰ, ਉਧਰ ਹੀ ਮਨੁੱਖ ਦਾ ਅਗਲਾ ਜਨਮ ਹੁੰਦਾ ਹੈ। ਜੇ ਉਹਨੇ ਰੱਬ ਦੀ ਬੰਦਗੀ ਕੀਤੀ ਹੈ। ਅੰਤਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਸਰਪ ਜੋਨ ਵਲ ਵਲ ਅਵਤਰੈ। ਅੰਤਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ। ਜੋ ਇਸ ਜੀਵਨ ਦੇ ਵਿੱਚ ਨਾਰਾਇਣ ਨੂੰ ਸਿਮਰਦਾ ਹੈ, ਬਦਤ ਤਰਲੋਚਨ ਤੇ ਨਰ ਮੁਕਤਾ, ਪੀਤਾੰਬਰ ਵਾਂਕੇ ਹਿਰਦੈ ਬਸੈ। ਜਿਹੜਾ ਮਨੁੱਖ ਸਾਰੀ ਉਮਰ ਪ੍ਰਮਾਤਮਾ ਨੂੰ ਸਿਮਰਦਾ ਹੈ, ਜਿਹਦਾ ਧਿਆਨ ਸਾਰੀ ਉਮਰ ਹੀ ਪ੍ਰਮਾਤਮਾ ਵੱਲ ਰਿਹਾ, ਉਹ ਮੌਤ ਤੋਂ ਬਾਅਦ ਪ੍ਰਮਾਤਮਾ ਵਿੱਚ ਸਮਾ ਜਾਂਦਾ। ਇਹ ਗੁਰਬਾਣੀ ਸਾਨੂੰ ਸਮਝਾਉਂਦੀ ਹੈ। ਸੋ ਹੁਣ ਅਸੀਂ ਕਹਿੰਦੇ ਹਾਂ ਗੁਰੂ ਸਾਹਿਬ, ਪਰ ਜਗਿਆਸੂ ਸਿੱਖ ਪੁੱਛਦੇ ਨੇ ਕਿ ਬੰਧਨਾਂ ਤੋਂ ਮੁਕਤ ਕਿੱਦਾਂ ਹੋਇਆ ਜਾਏ, ਜਗਜੀਵਨ ਦਾਤੇ ਨੂੰ ਕਿਸ ਤਰ੍ਹਾਂ ਪਾਇਆ ਜਾਏ, ਉੱਤਮ ਵਿਚਾਰ ਕੀ ਹੈ। ਉੱਤਮ ਇਹ ਵਿਚਾਰ ਹੈ, ਪੌੜੀ ਦੇ ਵਿੱਚ ਗੁਰੂ ਸਾਹਿਬ ਸਮਝਾਉਂਦੇ ਨੇ। ਸੋ ਗੁਰੂ ਸਾਹਿਬ ਕਹਿੰਦੇ ਨੇ ਇਸ ਪੌੜੀ ਦੇ ਵਿੱਚ ਜੋ ਸਮਝਾਇਆ ਹੈ, ਜਿਵੇਂ ਸ਼ਬਦ ਦੇ ਵਿੱਚ ਰਹਾਉ ਦੀ ਤੁਕ ਜੋ ਹੁੰਦੀ ਹੈ ਉਹ ਕੇਂਦਰੀ ਭਾਵ ਹੁੰਦੀ ਹੈ, ਇਸ ਤਰ੍ਹਾਂ ਇਹਨਾਂ ਸ਼ਲੋਕਾਂ ਵਿੱਚ ਪੌੜੀਆਂ ਤੱਤ ਭਾਵ ਹੈ। ਹੁਣ ਗੁਰੂ ਸਾਹਿਬ ਕਹਿੰਦੇ ਨੇ ਬਹਿਸ ਦੇ ਨਾਲ ਉਸ ਪ੍ਰਮਾਤਮਾ ਨੂੰ ਨਹੀਂ ਪਾਇਆ ਜਾਂਦਾ, ਜਾਂ ਇੱਕ ਦੂਜੇ ਦੇ ਧਰਮ ਨੂੰ ਖੰਡਨ ਮੰਡਲ ਦੇ ਨਾਲ। ਮੁਸਲਮਾਨਾਂ ਸਿਫਤ ਸ਼ਰੀਅਤ, ਕਿਉਂਕਿ ਮੁਸਲਮਾਨ ਆਪਣੇ ਪਹਿਲੇ ਸ਼ਲੋਕ 'ਚ ਦੱਸਿਆ ਆਪਣੀ ਸ਼ਰ੍ਹਾ ਦੀ ਸਿਫਤ ਕਰਦੇ ਨੇ। ਹਿੰਦੂ ਲੋਕ ਤੀਰਥਾਂ ਤੇ ਜਾਂਦੇ ਨੇ, ਜੋਗੀ ਸੁੰਨ ਦਾ ਧਿਆਨ ਧਰਦੇ ਨੇ। ਸੋ ਗੁਰੂ ਸਾਹਿਬ ਕਹਿੰਦੇ ਨੇ ਇੱਕ ਦੂਜੇ ਦੇ ਧਰਮ ਨੂੰ ਖੰਡਨ ਦੇ ਨਾਲ ਨਹੀਂ ਉਸ ਨੂੰ ਜਾਣਿਆ ਜਾ ਸਕਦਾ। ਅੱਜ ਤੱਕ ਜੇ ਕਿਸੇ ਨੇ ਵੀ ਉਸ ਪ੍ਰਮਾਤਮਾ ਨੂੰ ਪਾਇਆ, ਉਹ ਸਤਿਗੁਰੂ ਤੋਂ ਬਿਨਾਂ ਨਹੀਂ ਪਾਇਆ। ਬਿਨ ਸਤਿਗੁਰ ਕਿਨੈ ਨਾ ਪਾਇਓ। ਪਾਸਟ ਦੇ ਵਿੱਚ, ਭੂਤਕਾਲ ਦੇ ਵਿੱਚ, ਹੁਣ ਤੱਕ, ਅੱਜ ਤੱਕ ਕਿਸੇ ਨੇ ਵੀ ਪ੍ਰਮਾਤਮਾ ਨੂੰ ਗੁਰੂ ਤੋਂ ਬਿਨਾਂ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ। ਗੁਰੂ ਸਾਹਿਬ ਇਸ ਪੌੜੀ ਦੇ ਵਿੱਚ ਇਹ ਸਾਨੂੰ ਸਮਝਾ ਰਹੇ ਨੇ, ਬਿਨ ਸਤਿਗੁਰ ਕਿਨੈ ਨਾ ਪਾਇਓ। ਪਹਿਲੀ ਪੰਕਤੀ, ਫਿਰ ਦੁਬਾਰਾ ਫਿਰ ਰਿਪੀਟ ਕਰਦੇ ਨੇ, ਬਿਨ ਸਤਿਗੁਰ ਕਿਨੈ ਨਾ ਪਾਇਆ।
ਕਹਿੰਦੇ ਨੇ ਦੁਨੀਆ ਦੇ ਲੋਕੋ ਧਿਆਨ ਨਾਲ ਸੁਣ ਲਓ, ਹੁਣ ਤੱਕ ਜਦੋਂ ਦੀ ਸ੍ਰਿਸ਼ਟੀ ਬਣੀ ਹੈ ਸਤਿਗੁਰੂ ਤੋਂ ਬਿਨਾ ਕਿਸੇ ਨੇ ਵੀ ਜਗਜੀਵਨ ਦਾਤੇ ਨੂੰ ਨਹੀਂ ਪਾਇਆ। ਹੁਣੇ ਅਸੀਂ ਆਸਾ ਕੀ ਵਾਰ ਸਰਵਣ ਕਰ ਰਹੇ ਸੀ ਗੁਰੂ ਅੰਗਦ ਪਾਤਸ਼ਾਹ ਜੀ ਦਾ ਸ਼ਲੋਕ ਕਿ ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੁੰਦੇ ਆ ਗੁਰ ਬਿਨ ਘੋਰ ਅੰਧਾਰ। ਗੁਰੂ ਤੋਂ ਬਿਨਾ ਮਨੁੱਖ ਦੇ ਹਿਰਦੇ ਵਿੱਚ ਘੋਰ ਹਨੇਰਾ, ਬਾਹਰ ਭਾਵੇਂ ਜਿੰਨੇ ਮਰਜ਼ੀ ਸੂਰਜ ਚੰਦ ਬਾਹਰ ਪ੍ਰਕਾਸ਼ ਹੋ ਜਾਏਗਾ, ਪਰ ਮਨੁੱਖ ਨੂੰ ਆਪਣੇ ਬਾਰੇ ਕੋਈ ਸੋਝੀ ਨਹੀਂ ਹੈ ਹੁਣ ਤੱਕ। ਗੁਰ ਬਿਨ ਘੋਰ ਅੰਧਾਰ, ਭਾਈ ਰੇ ਗੁਰ ਬਿਨ ਗਿਆਨ ਨਾ ਹੋਏ। ਗੁਰੂ ਤੋਂ ਬਿਨਾ ਗਿਆਨ ਨਹੀਂ ਹੋ ਸਕਦਾ। ਪੁੱਛੋ ਬ੍ਰਹਮੈ ਨਾਰਦੈ ਵੇਦ ਵਿਆਸੇ ਹੋਏ, ਕਹਿੰਦੇ ਬ੍ਰਹਮਾ ਨੂੰ ਪੁੱਛ ਲਓ, ਵੇਦ ਵਿਆਸ ਜੀ ਨੂੰ ਪੁੱਛ ਲਓ, ਗੁਰੂ ਤੋਂ ਬਿਨਾ ਗਿਆਨ ਨਹੀਂ। ਗੁਰ ਬਿਨ ਘੋਰ ਅੰਧਾਰ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰੂ ਤੋਂ ਬਿਨਾ ਬੰਧਨਾਂ ਤੋਂ ਮੁਕਤੀ ਨਹੀਂ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਪੁੰਨ, ਅਗਨ ਕਟੇ ਸਭ ਤੇ। ਗੁਰ ਨੈਣ ਬੈਣ ਗੁਰ ਗੁਰ ਕਰੋ, ਗੁਰ ਸਤ ਕਾਵਲ ਨਲ ਕਹਿ, ਜਿਨ ਗੁਰੂ ਨਾ ਦੇਖਿਓ ਨਾ ਕੀਓ, ਤੇ ਅਕਿਆਤ ਸੰਸਾਰ ਮੈਂ। ਜਿਨੇ ਗੁਰੂ ਦੇ ਦਰਸ਼ਨ ਨਹੀਂ ਕੀਤੇ, ਜਿਨੇ ਗੁਰੂ ਨੂੰ ਧਾਰਨ ਨਹੀਂ ਕੀਤਾ, ਗੁਰੂ ਦਾ ਹੁਕਮ ਨਹੀਂ ਮੰਨਿਆ, ਗੁਰੂ ਸਾਹਿਬ ਕਹਿੰਦੇ ਉਹਨਾਂ ਦਾ ਆਣਾ ਸੰਸਾਰ ਤੇ ਅਕਿਆਤ ਹੈ, ਵਿਅਰਥ ਹੈ। ਅਕਿਆਤ ਕੋਈ ਅਰਥ ਨਹੀਂ। ਹੁਣ ਅਗਲੀ ਪੰਕਤੀ ਹੈ, ਪਹਿਲਾਂ ਗੁਰੂ ਸਾਹਿਬ ਨੇ ਕਿਹਾ ਕਿ ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓਨ। ਦੂਸਰੀ ਪੰਕਤੀ, ਕਰ ਪ੍ਰਗਟ ਆਖ ਸੁਣਾਇਆ। ਉਸ ਪਰਮਾਤਮਾ ਨੇ ਸਤਿਗੁਰੂ ਦੇ ਵਿੱਚ ਆਪ ਰੱਖਿਓਨ, ਆਪਣਾ ਆਪ ਰੱਖਿਆ ਹੈ। ਕਰ ਪ੍ਰਗਟ ਆਖ ਸੁਣਾਇਆ, ਪ੍ਰਗਟ ਤੌਰ ਤੇ ਇਹ ਗੱਲ ਕਹਿ ਦਿੱਤੀ ਸੰਸਾਰ ਵਿੱਚ ਕਿ ਦੁਨੀਆ ਦੇ ਲੋਕੋ ਜਿਹਨੇ ਮੈਨੂੰ ਮਿਲਣਾ ਹੈ, ਪਰਮਾਤਮਾ ਨੇ ਕਿਹਾ ਉਹ ਗੁਰੂ ਦੇ ਰਸਤੇ ਰਾਹੀਂ ਹੀ ਮਿਲ ਸਕਦਾ ਹੈ, ਹੋਰ ਕੋਈ ਦੂਸਰਾ ਰਸਤਾ ਨਹੀਂ। ਬਿਨ ਸਤਿਗੁਰ ਕਿਨੇ ਨਾ ਪਾਏ, ਸਤਿਗੁਰ ਵਿੱਚ ਆਪ ਰੱਖਿਓਨ। ਹੁਣ ਸਤਿਗੁਰੂ ਕੌਣ ਹੈ? ਜੇ ਅਸੀਂ ਸ਼ਬਦਕੋਸ਼ ਡਿਕਸ਼ਨਰੀ ਦੇ ਵਿੱਚ, ਸਿੱਖ ਸ਼ਬਦਕੋਸ਼ ਦੇ ਵਿੱਚ ਅਰਥ ਲੱਭਾਂਗੇ ਤਾਂ ਡਿਕਸ਼ਨਰੀ ਦੇ ਵਿੱਚ ਲਿਖਿਆ ਹੋਏਗਾ ਸਤਿਗੁਰੂ ਦੇ ਅਰਥ ਨੇ ਸੱਚਾ ਗੁਰੂ, ਜਾਂ ਇੰਗਲਿਸ਼ 'ਚ ਅਸੀਂ ਟੀਚਰ ਕਹਿ ਦਿੰਦੇ ਹਾਂ, ਉਸਤਾਦ ਜਾਂ ਮਾਸਟਰ। ਪਰ ਇਹ ਜਿਹੜੇ ਅਰਥ ਨੇ ਇਹ ਰੂਹਾਨੀਅਤ ਦੇ ਤਲ ਤੇ ਪੂਰੇ ਨਹੀਂ ਉਤਰਦੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਸਤਿਗੁਰੂ ਦੀ ਪਰਿਭਾਸ਼ਾ ਹੈ ਉਹ ਹੈ ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਓ। ਜਿਸਨੇ ਸਤਿਪੁਰਖ ਪਰਮਾਤਮਾ ਨੂੰ ਜਾਣ ਲਿਆ ਹੈ ਉਹ ਸਤਿਗੁਰੂ ਹੈ। ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਧਰੈ। ਉਸ ਦੀ ਸੰਗਤ ਦੇ ਵਿੱਚ ਸਿੱਖ ਦਾ ਪਾਰ ਉਤਾਰਾ ਉਧਰ ਜਾਂਦਾ ਹੈ ਸੰਸਾਰ ਸਾਗਰ, ਨਾਨਕ ਹਰ ਗੁਣ। ਤੇ ਸਿੱਖ ਦੀ ਕੀ ਪਰਿਭਾਸ਼ਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ? ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠਾਰ ਨਾਮ ਤੇ ਆਏ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ। ਇੱਕ ਵਿਦਵਾਨ ਹੋਏ ਨੇ, ਉਹਨਾਂ ਨੇ ਸਤਿਗੁਰੂ ਤੇ ਸਿੱਖ ਦੇ ਬਾਰੇ ਲੇਖ ਲਿਖਿਆ ਸੀ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਿਹੜਾ ਸਤਿਗੁਰੂ ਹੈ, ਸਤਿਗੁਰੂ ਉਹ ਹੈ, ਜੇ ਅਸੀਂ ਟੀਚਰ ਜਾਂ ਮਾਸਟਰ ਕਹਿ ਲਈਏ ਇਹ ਅਰਥ ਸਤਿਗੁਰੂ ਦੇ ਪੂਰੇ ਨਹੀਂ ਉਤਰਦੇ। ਉਹ ਕਹਿੰਦੇ ਸਤਿਗੁਰੂ ਉਹ ਹੈ ਜਿਸ ਦੇ ਵਿੱਚ ਪਾਰ ਬ੍ਰਹਮ ਪਰਮਾਤਮਾ ਪ੍ਰਗਟ ਹੋ ਗਿਆ ਹੈ, ਉਹ ਹੈ ਸਤਿਗੁਰੂ। ਤੇ ਸਿੱਖ ਕੌਣ ਹੈ? ਸਿੱਖ ਉਹ ਹੈ ਜਿਸ ਦੇ ਵਿੱਚ ਗੁਰੂ ਪ੍ਰਗਟ ਹੋ ਗਿਆ ਹੈ, ਉਹ ਸਿੱਖ ਹੈ। ਜਿਹੜਾ ਪੰਜਾਂ ਤੱਤਾਂ ਦੇ ਸਰੀਰ ਦੇ ਵਿੱਚ ਰਹਿੰਦਾ ਹੋਇਆ ਗੁਰੂ ਦੇ ਵਿੱਚ ਭੇਦ ਹੋ ਗਿਆ, ਉਹ ਸਿੱਖ ਹੈ। ਇਹੀ ਬਚਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹਜ਼ੂਰ ਸਾਹਿਬ ਅੰਤ ਸਮੇਂ ਸਮਝਾਇਆ ਸੀਗਾ ਸਿੱਖਾਂ ਨੂੰ ਕਿ ਪੂਜਾ ਅਕਾਲ ਕੀ, ਪਰਚਾ
शब्द का, दीदार खालसे का। ये बचन आते ने इतिहास के विच। गुरु साहब कहते ने पूजा अकाल की करनी है। हुण वो अकाल ता जिहड़ा है काल तो रहत है, उहदा कोई रूप नहीं, कोई रेख नहीं। चक्कर चिन्ह अर वर्ण जात अर पात नहन, जे रूप रंग अर रेख भेक को कह नस्कत के। ते उहदी पूजा किस तरह होवे जिहदा कोई रूप नहीं, ना ताते ना माते ना जाते ना पाते। निरशाकिंग, ना उहदा तात है पिता है ना माता है, वो रूप रेख नहीं उहदा। उसकी पूजा किस तरह की जाए? तो गुरु साहब कहते जे उसकी पूजा करनी है, पूजा अकाल की परचा शब्द का। एक तो परचा का अर्थ हुंदा परिचय, हिंदी दे विच जानकारी, पर इत्थे परचा शब्द का दे अर्थ करांगे शब्द का अभ्यास, गुरबाणी का अभ्यास। गुरु साहब कहते ने तो जो शब्द का अभ्यास करेगा तो पूजा अकाल की हो सकती है। ते जे शब्द का अभ्यास, शब्द नूं समझना है तो दीदार खालसे का। वो खालसा जिसके अंदर गुरु प्रगट हो गया है, शब्द वस गया, उहदा दीदार कर, भाव साध संगत। दीदार खालसे का अर्थ है साध संगत। तो हुण सतगुर विच आप रखे, हुण सतगुर विच उसने आप किस तरह रखिया, इस गल नूं असीं समझना है कि गुरु ते परमात्मा विच कोई अंतर नहीं। जदों असीं गुरबाणी पढ़ते हैं भट्टां दे सवैये, तां भट्ट जिहड़े भट्ट साहिबान ने जिन्हां ने गुरु साहिब दी सवैये आंदे ने गुरु ग्रंथ साहिब दे अखीर दे विच, वो लिखते ने गुरु नानक पातशाह जी महाराज जीओ कब कल सुजस गायो गुरु नानक राज जोग जिन जाणियो। कि गुरु नानक साहब जी महाराज तुहानू धरू ने भी गाया, तुहानू प्रहलाद ने भी गाया, तुहानू कबीर ने गाया, रविदास ने गाया, जयदेव भगतां दे नाम लिखे ने, सारे भगतां ने तुहानू गाया। फिर असीं सोचांगे कि ध्रुव प्रहलाद तां जुगां पहलां होए ने, उन्होंने किद्दां गुरु नानक पातशाह जी नूं गाया। असीं तां इतिहास विच पढ़दे हां कि 1439 ते 1469 गुरु नानक पातशाह जी दा जन्म होया ते 1539 विच ज्योति जोत समाए। ते गुरबाणी च लिखिया कि तुहानू ध्रुव प्रहलाद ने गाया है। इस गल नूं समझना है कि जदों परमात्मा निराकार सी, सुन समाधि विच सी, उदों भी गुरु नानक साहब उस विच समाए हुए सन। अरबद नरबद धुंदू कारा, धरना गगना हुक्म पारा, ना दिन रैन चंद ना सूरज सुन समाध लगाइंदा। जदों परमात्मा आकार विच नहीं आया सी, सुन समाध विच गुरु नानक साहब उदों कित्थे सन? उदों सुन समाधि परमात्मा दे विच ही विराजमान सन। उस परमात्मा ने जदों आकार धरिया, जदों इस सृष्टि दे लोकां नूं पार उतारा करना सी, तां उस गुरु नानक, उस परमात्मा ने गुरु नानक साहब जी का रूप धारण किया। भाई गुरदास जी लिखते ने निरंकार नानक देव है, निरंकार आकार बनाया। गुरु नानक पातशाह जी महाराज निरंकार हन। सतगुर विच आप रखे, उन्होंने आप कौन है? वो आप वो है जिहड़ा पहली पौड़ी च कहते ने आप ही ने आप साजो, पहली पौड़ी च पढ़िया है। आप नारायण कला धार जग मैं परवरे, वो आप नारायण, ध्यान दो, आप जिहड़ा है परमात्मा नारायण कला धार जग मैं परवरे, वो आप नारायण ने गुरु नानक साहब जी का रूप धारण किया। देखो एक बोड़ का दरख्त है, वह एक बीज है छोटा जिहा। हुण जे किसी ने पूछो कि एक छोटा जिहा बीज है बोड़ का, जिहड़ा बोड़ के रुख का, किसी ने पूछो ये बोड़ के बीज दे विच छोटे जिहे इहदे विच की है, तां अनजान मनुख कहेगा कि ये तो छोटा जिहा बीज है, इहदे विच कुछ नज़र नहीं आउंदा। पर किसी सूझवान बंदे नूं पुछो, वो कहेगा इस ये छोटा जिहा बीज नहीं, इहदे विच बहुत वड्डा रुख छिपिया होया है जो सालां तक रह सकता है ते लखां लोकां नूं छां दे सकता है। उस तरह ही वो गुरु नानक पातशाह जी उस निराकार परमात्मा दे विच सन। ते जदों निराकार परमात्मा ने अपना रूप धारण किया, उन्हें गुरु नानक पातशाह जी दे रूप दे विच वो परमात्मा प्रगट होया।
ਪੁਰਾਣੇ ਸਮਿਆਂ ਦੇ ਵਿੱਚ ਜਨਮ ਸਾਖੀ ਪੜ੍ਹੀ ਜਾਂਦੀ ਸੀ। ਅੱਜ ਕੱਲ ਲੋਕ ਬਹੁਤ ਘੱਟ ਪੜ੍ਹਦੇ ਹਨ ਜਨਮ ਸਾਖੀ। ਹਾਂ, ਪੁਰਾਣਿਆਂ ਗ੍ਰੰਥਾਂ ਦੇ ਵਿੱਚ ਕੁਝ ਤਰੁੱਟੀਆਂ ਵੀ ਹਨ, ਪਰ ਅਸੀਂ ਗੁਰਬਾਣੀ ਦੇ ਚਾਨਣ ਦੇ ਵਿੱਚ ਉਸ ਦਾ ਅਨੁਵਾਦ ਕਰ ਸਕਦੇ ਹਾਂ। ਪੁਰਾਤਨ ਗ੍ਰੰਥਾਂ 'ਚ ਜੇ ਕੁਝ ਕਮੀਆਂ ਨੇ ਨਾ, ਅਸੀਂ ਕਮੀਆਂ ਨਹੀਂ ਦੇਖਣੀਆਂ, ਅਸੀਂ ਉਹਨਾਂ 'ਚੋਂ ਗੁਣ ਲੈਣੇ ਨੇ। ਹੁਣ ਕਈ ਜਿਹੜੇ ਨੇ ਪ੍ਰਚਾਰਕ ਨੇ, ਉਹ ਪੁਰਾਤਨ ਗ੍ਰੰਥਾਂ 'ਚ ਜਿਹੜੀਆਂ ਕਮੀਆਂ ਨੇ ਉਹ ਸੰਗਤਾਂ ਨੂੰ ਦੱਸੀ ਜਾਂਦੇ, ਪੁਰਾਤਨ ਫਲਾਣੇ ਗ੍ਰੰਥ ਦੇ ਵਿੱਚ ਆਹ ਕਮੀ ਆ। ਠੀਕ ਹੈ, ਕਮੀਆਂ ਨੇ, ਉਸ ਨੂੰ ਅਸੀਂ ਬੈਠ ਕੇ ਵਿਚਾਰ ਸਕਦੇ ਹਾਂ, ਪਰ ਅਸੀਂ ਸੰਗਤ ਦੇ ਸਾਹਮਣੇ ਉਹ ਜਿਹੜੇ ਗ੍ਰੰਥਾਂ ਵਿੱਚ ਗੁਰੂ ਸਾਹਿਬ ਦੀ ਵਡਿਆਈ ਹੈ, ਅਸੀਂ ਸੰਗਤਾਂ ਦੇ ਸਾਹਮਣੇ ਉਹ ਰੱਖਣੀ ਹੈ, ਤਾਂ ਕਿ ਸੰਗਤਾਂ ਗੁਰੂ ਨਾਲ ਜੁੜ ਸਕਣ, ਗੁਰੂ ਦੀ ਵਡਿਆਈ ਪਤਾ ਲੱਗ ਸਕੇ, ਗੁਰੂ ਨਾਨਕ ਸਾਹਿਬ ਜੀ ਕੌਣ ਨੇ। ਸੋ ਜਿਹੜੀ ਪੁਰਾਤਨ ਜਨਮ ਸਾਖੀ ਹੈ, ਉਹਦੇ ਵਿੱਚ ਵੇਈ ਨਦੀ ਦਾ ਜੋ ਪ੍ਰਸੰਗ ਹੈ ਉਹ ਲਿਖਿਆ ਹੋਇਆ ਹੈ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਸੁਲਤਾਨਪੁਰ ਲੋਧੀ ਰਹਿੰਦੇ ਸਨ, ਮੋਦੀ ਖਾਨੇ 'ਚ ਸੁਲਤਾਨਪੁਰ ਲੋਧੀ ਨਵਾਬ ਦੌਲਤ ਖਾਨ ਦੇ ਕੋਲ ਨੌਕਰੀ ਕਰਦੇ ਸਨ, ਮੋਦੀ ਖਾਨੇ 'ਚ। ਤੇ ਅੰਮ੍ਰਿਤ ਵੇਲੇ ਉੱਠੇ ਨੇ, ਵੇਈ ਨਦੀ 'ਚ ਇਸ਼ਨਾਨ ਕਰਨ ਗਏ ਤੇ ਗੁਰੂ ਨਾਨਕ ਸਾਹਿਬ ਜੀ ਬਾਹਰ ਨਹੀਂ ਆਏ। ਸਾਰੇ ਨਗਰ ਵਿੱਚ ਰੋਲਾ ਪੈ ਗਿਆ ਕਿ ਗੁਰੂ ਨਾਨਕ ਸਾਹਿਬ ਡੁੱਬ ਗਏ ਨੇ। ਕਹਿੰਦੇ ਨੇ ਜਾਂ ਕਿਸੇ ਜਾਨਵਰ ਨੇ ਖਾ ਲਿਆ ਹੈ। ਨਵਾਬ ਦੌਲਤ ਖਾਨ ਨੇ ਆਪਣੇ ਨੌਕਰਾਂ ਨੂੰ ਭੇਜਿਆ, ਜਾਲ ਸੁੱਟੇ ਗਏ, ਪਰ ਗੁਰੂ ਨਾਨਕ ਸਾਹਿਬ ਜੀ ਕਿਤੇ ਨਹੀਂ ਲੱਭੇ। ਸਾਰੇ ਕਹਿੰਦੇ ਗੁਰੂ ਨਾਨਕ ਸਾਹਿਬ ਜਾਂ ਡੁੱਬ ਗਏ ਨੇ। ਪਰ ਇੱਕ ਬੇਬੇ ਨਾਨਕੀ ਸੀ ਜਿਹੜੇ ਉਹਨਾਂ ਦਾ ਭਰੋਸਾ ਸੀ, ਕਹਿੰਦੇ ਜਿਹੜੇ ਤਾਰਨ ਆਏ ਨੇ ਉਹ ਡੁੱਬ ਨਹੀਂ ਸਕਦੇ। 3 ਦਿਨ ਬਾਅਦ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਏ ਨੇ। ਤੇ ਗੁਰੂ ਸਾਹਿਬ ਕਿੱਥੇ ਗਏ ਨੇ, ਇਹ ਜਨਮ ਸਾਖੀ ਵਾਲਾ ਲਿਖਦਾ ਕਿ ਉਹ ਸੱਚਖੰਡ ਪਰਮਾਤਮਾ ਕੋਲ ਗਏ। ਇਹ ਗੱਲ ਸਮਝਣੀ ਹੈ ਕੀ ਹੈ। ਉੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਨਾਮ ਅੰਮ੍ਰਿਤ ਦਾ ਪਿਆਲਾ ਮਿਲਿਆ। ਨਾਨਕ ਇਹ ਨਾਮ ਅੰਮ੍ਰਿਤ ਦਾ ਪਿਆਲਾ ਪੀਓ। ਗੁਰੂ ਸਾਹਿਬ ਨੇ ਨਾਮ ਅੰਮ੍ਰਿਤ ਪੀਤਾ ਕਿ ਫਿਰ ਹੁਕਮ ਹੋਇਆ, ਨਾਨਕ ਮੇਰਾ ਹੁਕਮ ਤੇਰੀ ਨਜ਼ਰੀ ਆਇਆ ਹੈ, ਤੁਸੀਂ ਆਪ ਨਾਮ ਜਪੋ ਤੇ ਲੋਕਾਂ ਥੀ ਜਪਾਓ। ਨਾਮ ਦਾਨ ਇਸ਼ਨਾਨ ਦ੍ਰਿੜ ਕਰੋ। ਨਾਨਕ ਮੈਂ ਤੇਰਾ ਪੰਥ ਕੀਤਾ। ਪਾਰ ਬ੍ਰਹਮ ਪਰਮੇਸ਼ਰ ਕਹਿ ਰਿਹਾ ਹੈ। ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ, ਕੋਟ ਕੋਟੀ ਮੇਰੀ ਆਰਜਾ, ਪਵਨ ਪੀਏ ਨਾ ਪਿਆਓ, ਚੰਦ ਸੂਰਜ ਦੋਏ ਗੁਫੇ ਨਾ ਦੇਖਾਂ, ਸੁਪਨੇ ਸੌਣ ਨਾ ਥਾਉ, ਭੀ ਤੇਰੀ ਕੀਮਤ ਨਾ ਪਵੇ, ਹੋਂ ਕੇਵੜ ਆਖਾਂ ਨਾਉ। ਤੇ ਅਖੀਰ ਤੇ ਜੋ ਉਹ ਵਚਨ ਹੋਏ ਨੇ ਪ੍ਰਮਾਤਮਾ ਦੇ, ਈਸ਼ਵਰ ਪਰਮਾਤਮਾ ਕਹਿਣ ਲੱਗਾ, ਨਾਨਕ ਜਿਸ ਉੱਪਰ ਤੇਰੀ ਨਜ਼ਰ ਉਸ ਉੱਪਰ ਮੇਰੀ ਨਜ਼ਰ, ਜਿਸ ਉੱਪਰ ਤੇਰਾ ਕਰਮ ਉਸ ਉੱਪਰ ਮੇਰਾ ਕਰਮ, ਮੈਂ ਪਾਰ ਬ੍ਰਹਮ ਪਰਮੇਸ਼ਰ ਤੂੰ ਗੁਰ ਪਰਮੇਸ਼ਰ। ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਗੁਰ ਪਰਮੇਸ਼ਰ ਨੇ। ਜੇ ਅਸੀਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜਪਦੇ ਹਾਂ ਨਾ, ਉਹ ਪਰਮਾਤਮਾ ਦਾ ਹੀ ਸਿਮਰਨ ਹੁੰਦਾ ਹੈ, ਕਿਉਂਕਿ ਸਤਿਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇਆ। ਸੋ ਆਓ ਇਸ ਪੌੜੀ ਦੀ ਵਿਚਾਰ ਜੋ ਹੈ, ਜੋ ਅੱਖਰੀ ਅਰਥ ਹਨ, ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਅੱਜ ਤੱਕ ਬਿਨਾਂ ਸਤਿਗੁਰੂ ਤੋਂ ਕਿਸੇ ਨੇ ਵੀ ਪਾਰ ਬ੍ਰਹਮ ਪਰਮਾਤਮਾ ਨੂੰ ਨਹੀਂ ਪਾਇਆ। ਸਤਿਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਦੇ ਵਿੱਚ ਉਸ ਪਰਮਾਤਮਾ ਨੇ ਆਪਣਾ ਆਪ ਰੱਖਿਆ ਤੇ ਪ੍ਰਗਟ ਕਰਕੇ ਗੱਲ ਕਹੀ ਹੈ ਕਿ ਜਿਸਨੇ ਵੀ ਮੈਨੂੰ ਮਿਲਣਾ ਹੈ ਉਹ ਗੁਰੂ ਦੇ ਰਸਤੇ ਰਾਹੀਂ ਮਿਲੇ। ਸਤਿਗੁਰ ਮਿਲੇ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਸਤਿਗੁਰੂ ਨੂੰ ਮਿਲਣ ਦੇ ਨਾਲ ਜੀਵ ਜਿਹੜਾ ਹੈ ਮੁਕਤ ਹੋ ਜਾਂਦਾ, ਭਾਵ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ। ਜਿਨ ਵਿੱਚੋਂ ਮੋਹ ਚੁਕਾਇਆ, ਜਿਸ ਸਤਿਗੁਰੂ ਨੇ ਵਿੱਚੋਂ ਮੋਹ ਨੂੰ ਖਤਮ ਕਰ ਦਿੱਤਾ। ਸਿੱਖ ਦੇ ਮੋਹ ਨੂੰ ਵੀ ਖਤਮ ਕਰ ਦਿੱਤਾ ਗੁਰੂ ਨੇ, ਤੇ ਗੁਰੂ ਦੇ ਵਿੱਚ ਵੀ ਕੋਈ ਮੋਹ ਨਹੀਂ। ਜਦੋਂ ਸਤਪੋਹ ਦੀ ਰਾਤ ਚਮਕੌਰ ਸਾਹਿਬ ਗੁਰੂ ਸਾਹਿਬ ਰਾਤ ਨੂੰ ਦੇਖਦੇ ਨੇ ਕਿ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਸੁੱਤੇ ਪਏ ਨੇ, ਤੇ ਕੋਲੇ ਖੜੇ ਥੇ 4 ਹੈ 2 ਸਾਹਿਰ
ये भी ना रहेंगे हम शुक्र करेंगे अगर ये भी ना रहेंगे। ते उदों साबो की तलवंडी ते जदों महा सिंह जी गोद विच पए ने तो गुरु साहब दे विच मोह नहीं प्यार सीगा ते कहन लगे महा सिंह नूं कि महा सिंह कुछ मंगो, सचखंड दा दरवाजा खुला है तेरे लिए, जाओ सचखंड जाओ। कहन लगे महाराज सचखंड दा चले जावां पर उत्थे एक पट्टी लिखी है कि तू साडा गुरु नहीं असी तेरे सिख नहीं। ते गुरु गोबिंद सिंह जी कहंदे ये क्यों लिखिया? मां सिंह कहंदे टुट गई सी। ते गुरु साहब कहंदे ये तो तुसी लिखिया ना, मैं तो नहीं ना लिखिया। कहंदे महाराज दस्तखत कीते गए। गुरु साहब कहंदे तुसी दस्तखत कीते, मैं तो नहीं कीते, मैं तो नहीं लिखिया कि तुसी मेरे सिख नहीं। उदों गुरु साहब दे अंदर मोह नहीं प्यार सीगा ते महा सिंह नूं गल नाल लाया। सो जिन विचों मोह चुकाया उत्तम ये विचार है, जिन सच्चे स्यों चित लाया। सब तो उत्तम ये विचार है जिसने चित नूं सच नाल जोड़ लिया, जग जीवन दाता पाया। गुरु नूं मिल के जग जीवन जगत नूं जीवन देण वाला दाता, वो दाता जिहड़ा सारे संसार नूं पाल रहा है, सारे संसार की संभाल कर रहा दाता परमात्मा, उसकी प्राप्ति हो जाती है। सो सतगुरु कृपा करन इन्नियां क विचारां प्रवान करनियां जी। भुल चुक दी खीवा सब दा धन्नवाद। वाहिगुरू जी का खालसा वाहिगुरू जी की फतेह।